ओम शांति। ਅੱਜ ਪਿਆਰੇ ਬਾਪ ਦਾਦਾ ਦੇ 28/5/2021 ਦੇ ਮਹਾਵਚਨ। ਬਾਪ ਦਾਦਾ ਨੇ ਆਪਣੇ ਪਿਆਰੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਬਾਪ ਦੁਆਰਾ ਤੁਹਾਨੂੰ ਜੋ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦੀ ਨੌਲੇਜ ਮਿਲੀ ਹੈ, ਇਸ ਨੂੰ ਤੁਸੀਂ ਬੁੱਧੀ ਵਿੱਚ ਰੱਖਦੇ ਹੋ। ਇਸ ਲਈ ਤੁਸੀਂ ਹੋ ਸਵੈਦਰਸ਼ਨ ਚੱਕਰਧਾਰੀ। ਪ੍ਰਸ਼ਨ ਹੈ, ਰੂਹ ਨੂੰ ਪਾਵਨ ਬਣਾਉਣ ਦੇ ਲਈ ਰੂਹਾਨੀ ਬਾਪ ਕਿਹੜਾ ਇੰਜੈਕਸ਼ਨ ਲਗਾਉਂਦੇ ਹਨ? ਉੱਤਰ ਹੈ ਮਨਮਨਾ ਭਵ ਦਾ। ਇਹ ਇੰਜੈਕਸ਼ਨ ਰੂਹਾਨੀ ਬਾਪ ਤੋਂ ਸਿਵਾਏ ਕੋਈ ਲਗਾ ਨਹੀਂ ਸਕਦਾ। ਬਾਪ ਕਹਿੰਦੇ ਹਨ, ਮਿੱਠੇ ਬੱਚੇ, ਤੁਸੀਂ ਮੈਨੂੰ ਯਾਦ ਕਰੋ। ਬਸ ਯਾਦ ਨਾਲ ਹੀ ਆਤਮਾ ਪਾਵਨ ਬਣ ਜਾਵੇਗੀ। ਇਸ ਵਿੱਚ ਸੰਸਕ੍ਰਿਤ ਆਦਿ ਪੜ੍ਹਨ ਦੀ ਤਾਂ ਕੋਈ ਜ਼ਰੂਰਤ ਨਹੀਂ ਹੈ। ਬਾਪ ਤਾਂ ਹਿੰਦੀ ਵਿੱਚ ਸਿੱਧੇ ਸ਼ਬਦਾਂ ਵਿੱਚ ਸੁਣਾਉਂਦੇ ਹਨ। ਰੂਹ ਨੂੰ ਜਦੋਂ ਇਹ ਨਿਸ਼ਚੈ ਹੋ ਜਾਂਦਾ ਹੈ ਕਿ ਰੂਹਾਨੀ ਬਾਪ ਸਾਨੂੰ ਪਾਵਨ ਬਣਨ ਦੀ ਯੁਕਤੀ ਦੱਸ ਰਹੇ ਹਨ, ਤਾਂ ਵਿਕਾਰਾਂ ਨੂੰ ਛੱਡਦੀ ਜਾਂਦੀ ਹੈ। ਆਤਮਾ ਜੋ ਹੈ ਉਹ ਵਿਕਾਰਾਂ ਨੂੰ ਛੱਡਦੀ ਜਾਂਦੀ ਹੈ। ਓਮ ਸ਼ਾਂਤੀ। ਓਮ ਸ਼ਾਂਤੀ ਦਾ ਅਰਥ ਤਾਂ ਬੱਚਿਆਂ ਨੂੰ ਸਮਝਾਇਆ ਹੈ। ਆਤਮਾ ਆਪਣੀ ਪਹਿਚਾਣ ਦਿੰਦੀ ਹੈ, ਮੇਰਾ ਸਰੂਪ ਸ਼ਾਂਤ ਹੈ ਅਤੇ ਮੇਰਾ ਰਹਿਣ ਦਾ ਸਥਾਨ ਸ਼ਾਂਤੀ ਧਾਮ ਹੈ, ਜਿਸ ਨੂੰ ਪਰਮ ਧਾਮ ਨਿਰਵਾਣ ਧਾਮ ਵੀ ਕਿਹਾ ਜਾਂਦਾ ਹੈ। ਬਾਪ ਵੀ ਕਹਿੰਦੇ ਹਨ, ਦੇਹ ਅਭਿਮਾਨ ਛੱਡ ਦੇਹੀ ਅਭਿਮਾਨੀ ਬਣੋ। ਬਾਪ ਨੂੰ ਯਾਦ ਕਰੋ, ਉਹ ਹੈ ਪਤਿਤ ਪਾਵਨ। ਇਹ ਕੋਈ ਵੀ ਨਹੀਂ ਜਾਣਦੇ ਕਿ ਅਸੀਂ ਆਤਮਾ ਹਾਂ। ਇੱਥੇ ਪਾਰਟ ਵਜਾਉਣ ਲਈ ਆਏ ਹਾਂ। ਹੁਣ ਡਰਾਮਾ ਪੂਰਾ ਹੁੰਦਾ ਹੈ, ਵਾਪਸ ਘਰ ਜਾਣਾ ਹੈ। ਇਸ ਲਈ ਕਹਿੰਦੇ ਹਨ, ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਸ ਨੂੰ ਹੀ ਸੰਸਕ੍ਰਿਤ ਵਿੱਚ ਕਹਿੰਦੇ ਹਨ, ਮਨਮਨਾ ਭਵ। ਬਾਪ ਨੇ ਕੋਈ ਸੰਸਕ੍ਰਿਤ ਵਿੱਚ ਨਹੀਂ ਲਿਖਿਆ, ਨਹੀਂ ਕਿਹਾ ਹੈ। ਬਾਪ ਤਾਂ ਇਸ ਹਿੰਦੀ ਭਾਸ਼ਾ ਵਿੱਚ ਸਮਝਾਉਂਦੇ ਹਨ। ਜਿਵੇਂ ਗੌਰਮੈਂਟ ਕਹਿੰਦੀ ਹੈ, ਇੱਕ ਹੀ ਹਿੰਦੀ ਭਾਸ਼ਾ ਹੋਣੀ ਚਾਹੀਦੀ ਹੈ। ਬਾਬਾ ਨੇ ਵੀ ਅਸਲ ਵਿੱਚ ਹਿੰਦੀ ਵਿੱਚ ਹੀ ਸਮਝਾਇਆ ਹੈ, ਪਰੰਤੂ ਇਸ ਸਮੇਂ ਅਨੇਕ ਧਰਮ, ਮੱਠ, ਪੰਥ ਹੋਣ ਦੇ ਕਾਰਨ ਭਾਸ਼ਾਵਾਂ ਵੀ ਅਨੇਕ ਪ੍ਰਕਾਰ ਦੀਆਂ ਕਰ ਦਿੱਤੀਆਂ ਹਨ। ਸਤਯੁਗ ਵਿੱਚ ਇੰਨੀਆਂ ਭਾਸ਼ਾ ਹੁੰਦੀਆਂ ਨਹੀਂ। ਇੱਥੇ ਤਾਂ ਜਿੰਨੀਆਂ ਭਾਸ਼ਾ ਹਨ। ਗੁਜਰਾਤ ਵਿੱਚ ਰਹਿਣ ਵਾਲਿਆਂ ਦੀ ਅਲੱਗ ਭਾਸ਼ਾ ਹੈ। ਜੋ ਜਿਸ ਪਿੰਡ ਵਿੱਚ ਰਹਿੰਦੇ ਹਨ, ਉਹ ਉੱਥੋਂ ਦੀ ਭਾਸ਼ਾ ਜਾਣਦੇ ਹਨ। ਅਨੇਕ ਮਨੁੱਖ ਹਨ, ਅਨੇਕ ਭਾਸ਼ਾਵਾਂ ਹਨ। ਸਤਯੁਗ ਵਿੱਚ ਇੱਕ ਹੀ ਧਰਮ, ਇੱਕ ਹੀ ਭਾਸ਼ਾ ਸੀ। ਹੁਣ ਤੁਹਾਨੂੰ ਬੱਚਿਆਂ ਨੂੰ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦੀ ਨੌਲੇਜ ਬੁੱਧੀ ਵਿੱਚ ਹੈ। ਇਹ ਕੋਈ ਸ਼ਾਸਤਰਾਂ ਵਿੱਚ ਨਹੀਂ ਹੈ। ਬਾਬਾ ਨੇ ਕਿਹਾ, ਸ੍ਰਿਸ਼ਟੀ ਤਾਂ ਇੱਕੋ ਹੀ ਹੈ। ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਨਵੀਂ ਤੋਂ ਪੁਰਾਣੀ, ਪੁਰਾਣੀ ਤੋਂ ਫਿਰ ਨਵੀਂ ਹੁੰਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਸਵੈਦਰਸ਼ਨ ਚੱਕਰ। ਜਿਸ ਨੂੰ ਚੱਕਰ ਦੀ ਨੌਲੇਜ ਹੈ, ਉਸ ਨੂੰ ਕਿਹਾ ਜਾਂਦਾ ਸਵੈਦਰਸ਼ਨ ਚੱਕਰਧਾਰੀ। ਆਤਮਾ ਨੂੰ ਗਿਆਨ ਰਹਿੰਦਾ ਹੈ ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਉਹ ਫਿਰ ਕ੍ਰਿਸ਼ਨ ਨੂੰ, ਵਿਸ਼ਨੂੰ ਨੂੰ ਸਵੈਦਰਸ਼ਨ ਚੱਕਰ ਦੇ ਦਿੰਦੇ ਹਨ। ਹੁਣ ਬਾਪ ਸਮਝਾਉਂਦੇ ਹਨ, ਉਹਨਾਂ ਨੂੰ ਤਾਂ ਨੌਲੇਜ ਨਹੀਂ ਸੀ। ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦੀ ਨੌਲੇਜ ਬਾਪ ਹੀ ਦਿੰਦੇ ਹਨ। ਇਹ ਹੈ ਸਵੈਦਰਸ਼ਨ ਚੱਕਰ। ਬਾਕੀ ਕੋਈ ਹਿੰਸਾ ਦੀ ਗੱਲ ਨਹੀਂ, ਜਿਸ ਨਾਲ ਕੋਈ ਗਲਾ ਕੱਟ ਜਾਵੇ। ਬਾਬਾ ਕਹਿੰਦੇ, ਇਹ ਸਾਰਾ ਝੂਠ ਲਿਖ ਦਿੱਤਾ। ਮਨਾ ਸਵੈਦਰਸ਼ਨ ਚੱਕਰ ਚਲਾਇਆ, ਗਲਾ ਕੱਟ ਦਿੱਤਾ ਆਸੁਰਾਂ ਦਾ। ਬਾਬਾ ਕਹਿੰਦੇ, ਇਹ ਕੋਈ ਸਭ ਝੂਠ ਲਿਖ ਦਿੱਤਾ, ਕੋਈ ਇੱਦਾਂ ਦਾ ਹਿੰਸਾ ਨਹੀਂ ਹੋਈ ਹੈ। ਇਹ ਨੌਲੇਜ ਬਾਪ
ਦੇ ਸਿਵਾਏ ਕੋਈ ਵੀ ਮਨੁੱਖ ਮਾਤਰ ਦੇ ਨਹੀਂ ਸਕਦੇ। ਮਨੁੱਖ ਨੂੰ ਕਦੇ ਵੀ ਭਗਵਾਨ ਨਹੀਂ ਕਹਿ ਸਕਦੇ। ਬਾਪ ਕਹਿ ਰਹੇ ਕਿ ਬੱਚੇ ਤਾਂ ਪੁਨਰ ਜਨਮ ਲੈਂਦੇ, ਬਾਪ ਤਾਂ ਪੁਨਰ ਜਨਮ ਨਹੀਂ ਲੈਂਦੇ। ਬੱਚੇ ਬਾਪ ਨੂੰ ਯਾਦ ਕਰਦੇ। ਉੱਚੇ ਤੇ ਉੱਚਾ ਭਗਵਾਨ ਉਹ ਸਦਾ ਪਾਵਨ ਹੈ। ਬੱਚੇ ਪਾਵਨ ਬਣ ਫਿਰ ਪਤਿਤ ਬਣਦੇ। ਬਾਪ ਤਾਂ ਹੈ ਹੀ ਪਾਵਨ। ਬਾਪ ਦਾ ਵਰਸਾ ਵੀ ਤਾਂ ਚਾਹੀਦਾ ਹੈ ਨਾ ਬੱਚਿਆਂ ਨੂੰ। ਇੱਕ ਤਾਂ ਹੈ ਮੁਕਤੀ ਔਰ ਦੂਸਰਾ ਹੈ ਜੀਵਨ ਮੁਕਤੀ। ਸ਼ਾਂਤੀ ਧਾਮ ਨੂੰ ਮੁਕਤੀ, ਸੁਖ ਧਾਮ ਨੂੰ ਜੀਵਨ ਮੁਕਤ ਕਿਹਾ ਜਾਂਦਾ ਹੈ। ਮੁਕਤੀ ਤਾਂ ਸਾਰਿਆਂ ਨੂੰ ਮਿਲਦੀ ਹੈ। ਜੀਵਨ ਮੁਕਤ ਜੋ ਪੜ੍ਹਨਗੇ ਉਹਨਾਂ ਨੂੰ ਮਿਲੇਗੀ। ਭਾਰਤ ਵਿੱਚ ਬਰੋਬਰ ਜੀਵਨ ਮੁਕਤੀ ਸੀ, ਬਾਕੀ ਸਾਰੇ ਇੰਨੇ ਮੁਕਤੀ ਧਾਮ ਵਿੱਚ ਸੀ। ਸਤਯੁਗ ਵਿੱਚ ਸਿਰਫ ਇੱਕ ਭਾਰਤ ਖੰਡ ਸੀ, ਲਕਸ਼ਮੀ ਨਾਰਾਇਣ ਦਾ ਰਾਜ ਸੀ। ਬਾਪ ਨੇ ਸਮਝਾਇਆ ਹੈ ਲਕਸ਼ਮੀ ਨਾਰਾਇਣ ਦੇ ਮੰਦਿਰ ਸਭ ਤੋਂ ਜ਼ਿਆਦਾ ਬਣਾਉਂਦੇ ਹਨ। ਬਾਬਾ ਕਹਿ ਰਹੇ ਕਿ ਹੁਣ ਜੋ ਵੀ ਲਕਸ਼ਮੀ ਨਾਰਾਇਣ ਨੂੰ ਇਹ ਬਾਦਸ਼ਾਹੀ ਕਿੱਥੋਂ ਮਿਲੀ, ਕਿੰਨਾ ਸਮਾਂ ਰਾਜ ਕੀਤਾ, ਫਿਰ ਕਿੱਥੇ ਚਲੇ ਗਏ, ਇਹ ਤਾਂ ਕੋਈ ਨਹੀਂ ਜਾਣਦੇ। ਮੰਦਿਰ ਤਾਂ ਬਣਾਉਂਦੇ ਪਰੰਤੂ ਜਾਣਦੇ ਨਹੀਂ। ਤਾਂ ਜਿਵੇਂ ਗੁੱਡੀਆਂ ਦੀ ਪੂਜਾ ਹੋ ਗਈ ਨਾ, ਤਾਂ ਉਸ ਨੂੰ ਕਿਹਾ ਜਾਂਦਾ ਭਗਤੀ। ਆਪੇ ਹੀ ਪੂਜੇ ਆਪੇ ਹੀ ਪੁਜਾਰੀ। ਪੂਜੇ ਅਤੇ ਪੁਜਾਰੀ ਵਿੱਚ ਬਹੁਤ ਫਰਕ ਹੈ। ਉਸ ਦਾ ਵੀ ਅਰਥ ਤਾਂ ਹੋਵੇਗਾ ਨਾ। ਪਤਿਤ ਉਸ ਨੂੰ ਕਿਹਾ ਜਾਂਦਾ ਜੋ ਵਿਕਾਰੀ ਹਨ। ਕ੍ਰੋਧੀ ਨੂੰ ਪਤਿਤ ਨਹੀਂ ਕਹਾਂਗੇ। ਜੋ ਵਿਕਾਰ ਵਿੱਚ ਜਾਂਦੇ ਉਸ ਨੂੰ ਪਤਿਤ ਕਿਹਾ ਜਾਂਦਾ। ਇਸ ਸਮੇਂ ਤੁਹਾਨੂੰ ਗਿਆਨ ਅੰਮ੍ਰਿਤ ਮਿਲਦਾ ਹੈ। ਬਾਪ ਤਾਂ ਗਿਆਨ ਦਾ ਸਾਗਰ ਇੱਕ ਬਾਪ ਹੀ ਹੈ ਨਾ। ਹੁਣ ਤੁਸੀਂ ਬੱਚੇ ਨਵੀਂ ਦੁਨੀਆ ਦੇ ਲਈ ਤਿਆਰੀ ਕਰ ਰਹੇ ਹੋ। ਕੌਡੀ ਤੋਂ ਹੀਰੇ ਮਿਸਲ ਬਣ ਰਹੇ ਹੋ। ਭਾਰਤ ਕਿੰਨਾ ਨਿਰਵਿਕਾਰੀ ਸੀ। ਦੂਸਰਾ ਉਸ ਸਮੇਂ ਕੋਈ ਧਰਮ ਹੀ ਨਹੀਂ ਸੀ। ਹੁਣ ਤਾਂ ਅਨੇਕ ਧਰਮ ਹਨ। ਹੁਣ ਰਹਿਮਦਿਲ ਬਾਪ ਨੂੰ ਯਾਦ ਕਰਦੇ ਹਨ। ਭਾਰਤ ਸੁਖ ਧਾਮ ਸੀ, ਇਹ ਭੁੱਲ ਗਏ। ਹੁਣ ਤਾਂ ਭਾਰਤ ਦਾ ਹਾਲ ਕੀ ਹੋ ਗਿਆ। ਨਹੀਂ ਤਾਂ ਭਾਰਤ ਸਵਰਗ ਸੀ। ਬਾਪ ਦਾ ਜਨਮ ਸਥਾਨ ਹੈ ਨਾ। ਤਾਂ ਡਰਾਮਾ ਅਨੁਸਾਰ ਉਹਨਾਂ ਨੂੰ ਤਰਸ ਆ ਜਾਂਦਾ ਹੈ। ਬਾਪ ਨੂੰ ਵੀ ਤਰਸ ਪੈਂਦਾ ਹੈ। ਭਾਰਤ ਤਾਂ ਪ੍ਰਾਚੀਨ ਦੇਸ਼ ਹੈ। ਕਹਿੰਦੇ ਵੀ ਹਨ ਬਰੋਬਰ ਕ੍ਰਾਈਸਟ ਤੋਂ 3000 ਸਾਲ ਪਹਿਲਾਂ ਭਾਰਤ ਸਵਰਗ ਸੀ, ਹੋਰ ਕੋਈ ਧਰਮ ਨਹੀਂ ਸੀ। ਹੁਣ ਇਹ ਭਾਰਤ ਬਿਲਕੁਲ ਮਾਨਾ ਨੀਚੇ ਆ ਕੇ ਗਿਰਿਆ ਹੈ। ਗਾਉਂਦੇ ਵੀ ਹਨ ਭਾਰਤ ਸਾਡਾ ਦੇਸ਼ ਉੱਚਾ ਸੀ। ਬਾਪ ਬੈਠ ਸਮਝਾਉਂਦੇ ਹਨ ਪੂਰੇ 5000 ਸਾਲ ਪਹਿਲਾਂ ਭਾਰਤ ਵਿੱਚ ਲਕਸ਼ਮੀ ਨਾਰਾਇਣ ਦਾ ਰਾਜ ਸੀ, ਜਿਨ੍ਹਾਂ ਦੇ ਚਿੱਤਰ ਵੀ ਹਨ। ਪਰੰਤੂ ਉਹਨਾਂ ਨੂੰ ਇਹ ਰਾਜ ਕਿਵੇਂ ਮਿਲਿਆ? ਸਤਯੁਗ ਵਿੱਚ ਪਹਿਲਾਂ ਕੀ ਸੀ? ਸੰਗਮ ਯੁੱਗ ਵਿੱਚ ਪਹਿਲਾਂ ਕੀ ਸੀ? ਸੰਗਮ ਯੁੱਗ ਤੋਂ ਪਹਿਲਾਂ ਕੀ ਸੀ? ਕਲਯੁੱਗ। ਇਹ ਹੈ ਸੰਗਮ ਯੁੱਗ, ਜਿਸ ਵਿੱਚ ਬਾਪ ਨੂੰ ਆਉਣਾ ਪੈਂਦਾ ਹੈ। ਕਿਉਂਕਿ ਜਦੋਂ ਪੁਰਾਣੀ ਦੁਨੀਆ ਨੂੰ ਨਵਾਂ ਬਣਾਉਣਾ ਹੋਵੇ ਤਾਂ ਮੈਨੂੰ ਆਉਣਾ ਪੈਂਦਾ ਹੈ। ਪਤਿਤ ਦੁਨੀਆ ਨੂੰ ਪਾਵਨ ਬਣਾਉਣ ਦੇ ਲਈ। ਮੇਰੇ ਲਈ ਫਿਰ ਕਹਿ ਦਿੱਤਾ ਸਰਵਿਆਪੀ ਹੈ, ਯੁੱਗੇ ਯੁੱਗੇ ਆਉਂਦਾ ਹੈ। ਤਾਂ ਮਨੁੱਖ ਮੂੰਝ ਗਏ ਨਾ। ਸੰਗਮ ਯੁੱਗ ਨੂੰ ਸਿਰਫ ਤੁਸੀਂ ਜਾਣਦੇ ਹੋ। ਤੁਸੀਂ ਕੌਣ ਹੋ? ਬੋਰਡ 'ਤੇ ਲਿਖਿਆ ਹੋਇਆ ਹੈ ਪ੍ਰਜਾਪਿਤਾ ਬ੍ਰਹਮਾ ਕੁਮਾਰ ਕੁਮਾਰੀ। ਬ੍ਰਹਮਾ ਦਾ ਬਾਪ ਕੌਣ? ਸ਼ਿਵ, ਉੱਚੇ ਤੇ ਉੱਚਾ। ਪਿੱਛੇ ਹੈ ਬ੍ਰਹਮਾ, ਫਿਰ ਬ੍ਰਹਮਾ ਦੁਆਰਾ ਰਚਨਾ ਰਚਦੇ। ਪ੍ਰਜਾਪਿਤਾ ਤਾਂ ਜ਼ਰੂਰ ਬ੍ਰਹਮਾ ਨੂੰ ਹੀ ਕਹਾਂਗੇ ਨਾ, ਸ਼ਿਵ ਨੂੰ ਤਾਂ ਪ੍ਰਜਾਪਿਤਾ ਨਹੀਂ ਕਹਾਂਗੇ। ਸ਼ਿਵ ਤਾਂ ਸਾਰੀਆਂ ਆਤਮਾਵਾਂ ਦਾ ਪਿਤਾ ਹੈ। ਫਿਰ ਇੱਥੇ ਆ ਕੇ ਬ੍ਰਹਮਾ ਦੁਆਰਾ ਅਡਾਪਟ ਕਰਦੇ ਹਨ। ਤੁਹਾਨੂੰ ਬ੍ਰਾਹਮਣ ਬਣਾ ਕੇ ਫਿਰ ਦੇਵਤਾ ਬਣਾਉਂਦੇ ਹਨ। ਬਾਬਾ ਕਹਿ ਰਹੇ ਕਿ ਬਾਪ ਕਹਿੰਦੇ ਹਨ ਮੈਂ ਇਸ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਮੇਰਾ ਬਣ ਜਾਂਦਾ ਹੈ। ਸੰਨਿਆਸ ਧਾਰਨ ਕਰਦੇ। ਕਿਸ ਦਾ ਸੰਨਿਆਸ? 5 ਵਿਕਾਰਾਂ ਦਾ। ਘਰ-ਬਾਰ ਛੱਡਣ ਦੀ ਤਾਂ ਜ਼ਰੂਰਤ ਹੀ ਨਹੀਂ। ਗ੍ਰਸਤ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਰਹਿਣਾ ਹੈ। ਮਾਮੇ ਕਮ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋ ਜਾਣਗੇ।
ਇਹੀ ਯੋਗ ਹੈ ਜਿਸ ਨਾਲ ਖਾਦ ਨਿਕਲ ਜਾਂਦੀ ਅਤੇ ਤੁਸੀਂ ਸਤੋ ਪ੍ਰਧਾਨ ਬਣ ਜਾਂਦੇ। ਭਗਤੀ ਵਿੱਚ ਤਾਂ ਬੇਸ਼ੱਕ ਕਿੰਨੇ ਵੀ ਗੰਗਾ ਇਸ਼ਨਾਨ ਕਰਨ, ਜਪ ਤਪ ਆਦਿ ਕਰਨ, ਨੀਚੇ ਉਤਰਨਾ ਜ਼ਰੂਰ ਹੈ। ਸਤੋ ਪ੍ਰਧਾਨ ਸੀ, ਹੁਣ ਤਮੋ ਪ੍ਰਧਾਨ ਹਨ, ਫਿਰ ਸਤੋ ਪ੍ਰਧਾਨ ਕਿਵੇਂ ਬਣੇ? ਸੋ ਤਾਂ ਬਾਪ ਦੇ ਸਿਵਾਏ ਕੋਈ ਰਸਤਾ ਦੱਸ ਨਹੀਂ ਸਕਦਾ ਹੈ। ਤੁਹਾਡੀ ਆਤਮਾ ਪਤਿਤ ਹੋਣ ਦੇ ਕਾਰਨ ਸਰੀਰ ਵੀ ਦੇਖੋ ਰੋਗੀ ਹੋ ਗਿਆ ਨਾ। ਮੈਂ ਤੁਹਾਡਾ ਆਤਮਾਵਾਂ ਦਾ ਰੂਹਾਨੀ ਸਰਜਨ ਹਾਂ। ਇਸ ਸਮੇਂ ਭਾਰਤਵਾਸੀ, ਖਾਸ ਭਾਰਤਵਾਸੀ, ਸਾਰੀ ਦੁਨੀਆ ਨਰਕਵਾਸੀ ਬਣ ਗਈ। ਫਿਰ ਸਵਰਗਵਾਸੀ ਕਿਵੇਂ ਬਣ ਸਕਦੀ? ਬਾਪ ਸਮਝਾਉਂਦੇ ਹਨ ਕਿ ਬਾਪ ਕਹਿੰਦੇ ਹਨ ਮੈਂ ਹੀ ਆ ਕੇ ਬੱਚਿਆਂ ਨੂੰ ਸਵਰਗਵਾਸੀ ਬਣਾਉਂਦਾ ਹਾਂ। ਬਾਪ ਸਵਰਗ ਵਿੱਚ ਚੱਲਣ ਦੇ ਲਾਇਕ ਬਣਾਉਂਦੇ ਹਨ ਤਾਂ ਉਸ ਦਾ ਮੰਨਣਾ ਚਾਹੀਦਾ ਹੈ ਨਾ। ਬਾਬਾ ਕਹਿੰਦੇ ਮੈਂ ਤੁਹਾਨੂੰ ਪਤਿਤ ਤੋਂ ਪਾਵਨ ਬਣਾਇਆ ਹੈ। ਤੁਹਾਨੂੰ ਬਾਬਾ ਕਹਿ ਰਹੇ ਕਿ ਮੈਂ ਆ ਕੇ ਕਾਲੇ ਤੋਂ ਮਨਾ ਸੁੰਦਰ ਬਣਾਉਂਦਾ ਹਾਂ, ਇਸ ਪੁਰਾਣੇ ਸਰੀਰ ਵਿੱਚ ਆਉਂਦਾ ਹਾਂ। ਤਾਂ ਬਾਬਾ ਕਹਿੰਦੇ ਕਿ ਇਹ ਸਾਰਾ ਕੁਝ ਬਾਪ ਬੈਠ ਤੁਹਾਨੂੰ ਸਮਝਾਉਂਦੇ ਹਨ। ਕੋਈ ਨੂੰ ਨਿਸ਼ਚੈ ਹੋ ਜਾਵੇ ਤਾਂ ਫਿਰ ਬਾਪ ਦੇ ਨਾਲ ਮਿਲਣ ਤੋਂ ਸਿਵਾਏ ਰਹਿ ਵੀ ਨਾ ਸਕੇ। ਕਹਿੰਦੇ ਪਹਿਲਾਂ ਬਾਪ ਨੂੰ ਮਿਲੀਏ ਠਹਿਰ ਨਹੀਂ ਸਕਣਗੇ, ਮਾਨਾ ਬਾਬਾ ਤੋਂ ਨਾਲ ਮਿਲਣ ਲਈ ਠਹਿਰ ਨਹੀਂ ਸਕਣਗੇ। ਬੇਹੱਦ ਦਾ ਬਾਪ ਸਵਰਗ ਦਾ ਮਾਲਿਕ ਬਣਾਉਂਦੇ ਤਾਂ ਉਹਨਾਂ ਕੋਲ ਸਾਨੂੰ ਤੁਰੰਤ ਲੈ ਚੱਲੋ, ਇੰਨਾ ਵਿਸ਼ਵਾਸ ਹੁੰਦਾ ਹੈ। ਅੱਛਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਬਾਪ ਤੋਂ ਜੋ ਗਿਆਨ ਅੰਮ੍ਰਿਤ ਮਿਲਦਾ ਹੈ ਉਸ ਅੰਮ੍ਰਿਤ ਨੂੰ ਪੀਣਾ ਅਤੇ ਪਿਲਾਉਣਾ ਹੈ। ਪੁਜਾਰੀ ਤੋਂ ਪੂਜਯ ਬਣਨ ਦੇ ਲਈ ਵਿਕਾਰਾਂ ਦਾ ਤਿਆਗ ਕਰਨਾ ਹੈ। ਦੂਸਰਾ, ਬਾਪ ਜੋ ਸਵਰਗ ਵਿੱਚ ਜਾਣ ਦੇ ਲਾਇਕ ਬਣਾ ਰਹੇ ਹਨ ਉਹਨਾਂ ਦੀ ਹਰ ਗੱਲ ਮੰਨਣੀ ਹੈ, ਪੂਰਾ ਨਿਸ਼ਚੈ ਬੁੱਧੀ ਬਣਨਾ ਹੈ। ਵਰਦਾਨ, ਆਪਣੇ ਸੰਪੂਰਨ ਸਵਰੂਪ ਦੇ ਆਹਵਾਨ ਦੁਆਰਾ ਆਵਾਗਮਨ ਦੇ ਚੱਕਰ ਤੋਂ ਛੁੱਟਣ ਵਾਲੇ ਲੱਕੀ ਸਿਤਾਰੇ ਭਵ। ਹੁਣ ਆਪਣੀ ਸੰਪੂਰਨ ਸਥਿਤੀ ਅਤੇ ਸੰਪੂਰਨ ਸਰੂਪ ਦਾ ਆਹਵਾਨ ਕਰੋ ਤਾਂ ਉਹੀ ਸਰੂਪ ਸਦਾ ਸਮ੍ਰਿਤੀ ਵਿੱਚ ਰਹੇਗਾ। ਫਿਰ ਜੋ ਕਦੇ ਉੱਚੀ ਸਥਿਤੀ ਕਦੇ ਨੀਚੀ ਸਥਿਤੀ ਵਿੱਚ ਆਉਣ ਜਾਣ ਦਾ ਮਨਾ ਆਵਾਗਮਨ ਦਾ ਚੱਕਰ ਚੱਲਦਾ ਹੈ। ਬਾਰ-ਬਾਰ ਸਿਮਰਤੀ ਅਤੇ ਵਿਸਮਰਤੀ ਦੇ ਚੱਕਰ ਵਿੱਚ ਆਉਂਦੇ ਹੋ। ਇਸ ਚੱਕਰ ਤੋਂ ਮੁਕਤ ਹੋ ਜਾਵੋਗੇ। ਉਹ ਲੋਕ ਜਨਮ ਮਰਨ ਦੇ ਚੱਕਰ ਤੋਂ ਛੁੱਟਣਾ ਚਾਹੁੰਦੇ ਅਤੇ ਤੁਸੀਂ ਲੋਕ ਵਿਅਰਥ ਗੱਲਾਂ ਤੋਂ ਛੁੱਟਦੇ ਹੋਏ ਚਮਕਦੇ ਹੋਏ ਲੱਕੀ ਸਿਤਾਰੇ ਬਣ ਜਾਂਦੇ। ਸਲੋਗਨ, ਕਿਸੇ ਵੀ ਵਿਘਨ ਦੇ ਵਸ਼ ਹੋਣਾ ਅਰਥਾਤ ਡਾਇਮੰਡ ਤੇ ਦਾਗ ਲਗਾਉਣਾ। ਓਮ ਸ਼ਾਂਤੀ।